ऐसी कृपा मोह करो, ऐसी कृपा मोह करो। संत चरण हमारो माथा, नैन दरस तन तूर परो। ऐसी कृपा मोह करो, ऐसी कृपा मोह करो। गुर को शब्द मेरे हियरै बासै, हर नामा मन संग तरो। तस्कर पंच निवारो ठाकुर, सगलो परमाहु जरो। ऐसी कृपा मोह करो, ऐसी कृपा मोह करो। जो तुम करो सोई पल मानै, पावन दुविधा दूर टरो। नानक के प्रभु तुम ही दाते, संत संग ले मोहे उधरो। ऐसी कृपा मोह करो, ऐसी कृपा मोह करो। नाम के तारे सगले जंत, नाम के तारे खंड ब्रह्मंड। नाम के तारे सिमृत वेद पुराण, नाम के तारे सुनन ज्ञान ध्यान। नाम के तारे आकाश पताल, नाम के तारे सगले आकार। नाम के तारे पुरियां सब पवन, नाम कै संग उधरे सुन श्रवण। कर कृपा जिस अपने नाम लाए, नानक चौथे पद में सो जन गत पाए। रूप सत जाका सत स्थान, पुरख सत केवल प्रधान। करतूत सत सत जाकी बाणी, सतपुरख सब माहे समाणी। सत कर्म जाकी रचना सत, मूल सत सत उत्पत। सत करणी निर्मल निर्मली, जिसै बुझाए तिसै सब भली। सत नाम प्रभ का सुखदाई, विश्वास सत नानक गुर ते पाई। सत वचन साधु उपदेश, सत ते जन जाकै हृदय प्रवेश। सत निरत बूझै जे कोय, नाम जपत ताकि गत होए। आप सत किया सब सत, आपे जानै अपनी मित गत। जिसकी सृष्ट सो करनै हार, अवर न बूझ करत विचार। करते की मित न जानै किया, नानक जो तिस भावै सो वरतिया। बिस्मन बिस्म भये बिस्माद, जिन बूझिया तिस आया स्वाद। प्रभ कै रंग राच जन रहे, गुर कै बचन पदार्थ लहे। होए दाते दुख काटनहार, जां कै संग तरੈ संसार। जन का सेवक सो बड़ भागी, जन कै संग ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਪੰਚਮ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਡੰਡੌਤ ਬੰਦਨਾ ਲੱਖ ਵਾਰੀ। ਜਿਨ੍ਹਾਂ ਨੇ ਅਜਿਹੀ ਕੀਮਤੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਸੰਪਾਦਨ ਵੀ ਕਰੀ, ਆਪ ਵੀ ਉਚਾਰੀ, ਔਰ ਉਹਨਾਂ ਦਾ ਹੀ ਸ਼ਾਹਕਾਰ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਪਾਂ ਸੰਗਤ ਨਾਲ ਕਰ ਰਹੇ ਹਾਂ। ਗੁਰਬਾਣੀ ਵਿਚਾਰ ਦੇ ਸੂਝਵਾਨ ਪਤਵੰਤਿਆਂ ਦੇ ਨਾਲ ਸਾਧ ਸੰਗਤ ਜੀਓ, ਔਰ ਗੁਰਬਾਣੀ ਵਿਚਾਰ ਦੇ ਸਤਿਪੁਰਸ਼ੋ।
ਪਹਿਲਾਂ ਗੁਰੂ ਦੁਆਰਾ ਬਖਸ਼ੀ ਹੋਈ ਫਤਿਹ ਗਜਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਹਕੀਰ ਬੁੱਧੀ ਦੁਆਰਾ ਇੰਨੀ ਉੱਚੀ ਅਰਸ਼ਾਂ ਤੋਂ ਉਤਰੀ, ਹਿਰਦਿਆਂ 'ਚੋਂ ਨਿਕਲੀ ਗੁਰਬਾਣੀ ਦੀ ਵਿਚਾਰ ਆਪਾਂ ਕਰੀਏ ਕੁਛ ਗੁਰੂ ਸਾਹਿਬ ਦੇ ਪਿੱਛੇ ਲੱਗ ਕੇ। ਪਾਤਸ਼ਾਹ ਫਰਮਾਉਂਦੇ, ਨਾਮ ਕੇ ਧਾਰੇ ਸਗਲੇ ਜੰਤ। ਸਭ ਪਸਾਰਾ ਨਾਮ ਦਾ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਖੰਡ ਬ੍ਰਹਿਮੰਡ ਜੀਵ ਜੰਤ ਸਭ ਨਾਮ ਦੇ ਆਸਰੇ ਹੈ। ਕਿਵੇਂ ਸਾਧ ਸੰਗਤ ਜੀਓ, ਇਹ ਸ਼ਬਦ ਹੋਰ ਵੀ ਕਈ ਰੂਪਾਂ 'ਚ ਆਉਂਦਾ ਗੁਰਬਾਣੀ 'ਚ, ਜਿਵੇਂ ਸ਼ਬਦੇ ਓਪਤ ਪਰਲੋ ਸ਼ਬਦੇ ਹੋਵੇ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ। ਉਤਪਤੀ ਪਰਲੋ, ਫਿਰ ਦੁਬਾਰਾ ਉਤਪਤੀ ਹੋਣੀ, ਇਹ ਸਭ ਸ਼ਬਦ ਦੇ ਆਸਰੇ ਹੈ। ਇੱਥੇ ਨਾਮ ਦੀ ਬਾਤ ਆਈ ਹੈ। ਨਾਮ ਔਰ ਸ਼ਬਦ ਇੱਕ ਵੀ ਹੈ, ਦੋਨੋਂ ਅਲੱਗ ਅਲੱਗ ਵੀ ਹੈ। ਨਾਮ 'ਚੋਂ ਹੀ ਸ਼ਬਦ ਨਿਕਲਿਆ ਅਤੇ ਸ਼ਬਦ ਦੇ ਨਾਲ ਹੀ ਅਸੀਂ ਦੁਬਾਰਾ ਨਾਮ ਦੇ ਨਾਲ ਜੁੜਦੇ ਹਾਂ। ਇਹ ਪਰਮਾਤਮਾ ਕਹਿ ਲਓ, ਨਾਮ ਕਹਿ ਲਓ, ਉਹਦਾ ਸ਼ਬਦ ਕਹਿ ਲਓ, ਬਾਤ ਇੱਕ ਹੀ ਹੈ। ਇਹ ਸਾਰੇ ਹੀ ਨਿਸ਼ਚਲ ਹੈ। ਪਰਮਾਤਮਾ ਖੁਦ ਨਿਸ਼ਚਲ ਹੈ, ਨਾਮ ਵੀ ਨਿਸ਼ਚਲ ਹੈ, ਸ਼ਬਦ ਵੀ ਨਿਸ਼ਚਲ ਹੈ। ਔਰ ਇਸ ਤੋਂ ਵੀ ਅੱਗੇ ਪਾਤਸ਼ਾਹ ਨੇ ਫਰਮਾਇਆ ਵੀ ਸਾਧ ਸੰਗਤ ਵੀ ਨਿਸ਼ਚਲ ਹੈ। ਗੁਣ ਗਾਉਣੇ ਪਰਮਾਤਮਾ ਦੇ ਜਿਹੜੇ ਗੁਣ ਹੈ ਉਹ ਵੀ ਨਿਸ਼ਚਲ ਹੈ। ਕੀਰਤਨ ਵੀ ਨਿਸ਼ਚਲ ਹੈ, ਸਟੇਸ਼ਨਰੀ ਹੈ, ਨੋਨ ਰਿਲੇਟਿਵ ਹੈ, ਐਬਸੋਲਿਊਟ ਹੈ। ਬਾਕੀ ਸਾਰਾ ਹੀ ਸੰਸਾਰ ਮਿਥਿਆ ਹੈ, ਝੂਠ ਹੈ। ਨਿਸ਼ਚਲ ਏਕ ਨਰਾਇਣੋ ਹਰ ਅਗੰਮ ਅਗਾਧਾ। ਜਿਵੇਂ ਪਰਮਾਤਮਾ ਨਿਸ਼ਚਲ ਹੈ, ਨਰਾਇਣ ਨਿਸ਼ਚਲ ਹੈ, ਉਹ ਅਗੰਮ ਵੀ ਹੈ, ਅਗਾਧ ਵੀ ਹੈ। ਐਸੇ ਤਰੀਕੇ ਨਾਲ ਸਤ ਸੰਗਤ ਨਿਸ਼ਚਲ ਹੈ, ਪ੍ਰਭੂ ਨਿਸ਼ਚਲ ਹੈ। ਨਿਸ਼ਚਲ ਤੋਂ ਭਾਵ ਹੈ ਜਿਹੜਾ ਹਮੇਸ਼ਾ ਰਹਿੰਦਾ ਹੈ। ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ। ਜਿਹੜਾ ਹੁਣ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਰਹਿਣਾ ਵੀ ਹੈ ਜਿਹਨੇ। ਬਾਕੀ ਸਭ ਕਾਸੇ ਨੇ ਮਿਟ ਜਾਣਾ। ਕਈ ਵਾਰ ਪਸਰਿਓ ਪਸਾਰ, ਕਈ ਵਾਰ ਮਿਟ ਲਿਆ, ਬਣਾ ਲਿਆ, ਇਹ ਉਹਦੀ ਕਲਾ ਹੈ। ਤੋ ਉਸੇ ਲਹਿਜੇ 'ਚੋਂ ਪਾਤਸ਼ਾਹ ਫਰਮਾਉਂਦੇ ਵੀ ਨਾਮ ਕੇ ਧਾਰੇ ਸਗਲੇ ਜੰਤ। ਸਭ ਜੀਵ ਜੰਤੂ ਨਾਮ ਦੇ ਆਸਰੇ ਹੈ। ਨਾਮ ਦੇ ਆਸਰੇ ਚੱਲ ਰਿਹਾ ਸਾਰਾ ਸੰਸਾਰ। ਨਾਮ ਤੋਂ ਬਿਨਾਂ ਕੁਛ ਵੀ ਨਹੀਂ ਹੈ। ਉਹੀ ਆਸਰਾ ਦਿੰਦਾ ਸਭ ਨੂੰ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ। ਸਿਮਰਤੀਆਂ ਵੇਦ ਪੁਰਾਣ ਇਹ ਵੀ ਸਭ ਨਾਮ ਦੇ ਆਸਰੇ ਹੈ। ਸਾਧ ਸੰਗਤ ਜੀ, ਉਹ ਕਨਫਿਊਜ਼ ਨਹੀਂ ਹੋਣਾ। ਨਾਮ ਸਿਮਰਤੀਆਂ ਵਿੱਚ, ਵੇਦਾਂ 'ਚ, ਪੁਰਾਣਾਂ 'ਚ ਹੈਗਾ ਹੈ, ਡਿਫਿਊਜ਼ਡ ਹੈ, ਬਹੁਤ ਘੱਟ ਹੈ। ਜਿਵੇਂ ਪੜੇਥਣ ਹੁੰਦਾ ਇਸ ਤਰ੍ਹਾਂ ਹੈ। ਪਰ ਹੈ ਸਾਰਾ ਕੁਝ ਨਾਮ ਦਾ ਹੀ ਪਸਾਰਾ। ਕਿਉਂਕਿ ਉਸ ਲਹਿਜੇ ਵਿੱਚ ਹੈ ਵੀ ਨਾਮ ਦੇ ਹੀ ਧਾਰੇ ਹੋਏ ਸਭ ਕੁਛ ਹੈ। ਚੋਰ ਵੀ, ਸ਼ਰਾਬੀ ਵੀ, ਔਰ ਚੰਗੇ ਪੁਰਸ਼ ਵੀ, ਸਭ ਉਸੇ ਕਰਕੇ ਹੈ। ਹੁਕਮ ਉਹਦਾ ਵਰਤ ਰਿਹਾ। ਇਹ ਗੱਲ ਜੁਦੀ ਹੈ ਵੀ ਸਾਨੂੰ ਸਰੋਕਾਰ ਕਿਹਦੇ ਤੱਕ ਹੈ। ਸਾਨੂੰ ਸਾਧ ਸੰਗਤ ਜੀ ਉਹ ਸਰੋਕਾਰ ਸਿਮਰਤੀਆਂ ਔਰ ਵੇਦਾਂ ਪੁਰਾਣਾਂ ਨਾਲ ਨਹੀਂ ਸਮਝਾਇਆ ਗੁਰਬਾਣੀ ਨੇ। ਸਾਡੇ ਵਾਸਤੇ ਸਿਮਰਤੀਆਂ ਵੇਦ ਪੁਰਾਣ ਬਾਣੀ ਹੈ, ਗੁਰ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ। ਤੋ ਇਸ ਗੱਲ ਨੂੰ ਸਮਝਣਾ ਹੈ ਸਭ ਕੁਛ ਉਹਦਾ। ਸਿਮਰਤੀਆਂ ਵੇਦ ਪੁਰਾਣ ਵੀ ਨਾਮ ਕਰਕੇ ਹੀ ਟਿਕੇ ਹੋਏ ਹੈ। ਪਰ ਆਪਾਂ ਨੂੰ ਜੋ ਗੁਰੂ ਸਾਹਿਬ ਨੇ ਫਰਮਾਇਆ ਉਹ ਸਟਲਟੀ ਵਿੱਚੋਂ ਦੇਖਣੀ, ਉਹਨੂੰ ਬੁੱਝਣਾ ਹੈ। ਬੁੱਝਣੇ ਦੀ ਉਹ ਬਾਤ ਹੈ ਸਾਰੀ ਗੁਰਬਾਣੀ 'ਚ। ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। ਜੋ ਵੀ ਸੁਣਦੇ ਹਾਂ ਆਪਾਂ, ਗਿਆਨ ਕਰਦੇ ਹਾਂ, ਪ੍ਰਾਪਤ ਕਰਦੇ ਹਾਂ, ਧਿਆਨ ਲਾਉਂਦੇ ਹਾਂ, ਸਭ ਨਾਮ ਦੇ ਆਸਰੇ। ਜੇ ਜੋਤ ਖਿੱਚ ਲਵੇ ਆਪਣੀ, ਸਭ ਖਤਮ ਹੋ ਜਾਂਦਾ ਜਦੇ। ਨਾਮ ਕੇ ਧਾਰੇ ਆਗਾਸ ਪਤਾਲ। ਆਗਾਸ ਪਤਾਲ ਸਭ ਟਿਕੇ ਹੋਏ ਨਾਮ ਦੇ ਆਸਰੇ। ਨਾਮ ਕੇ ਧਾਰੇ ਸਗਲ ਆਕਾਰ। ਸਭ ਆਕਾਰ ਦੁਨੀਆ ਦੇ ਵਿੱਚ ਨਾਮ ਦੇ ਆਸਰੇ। ਨਾਮ ਕੇ ਧਾਰੇ ਪੁਰੀਆਂ ਸਭ ਭਵਨ। ਸਾਰੀਆਂ ਪੁਰੀਆਂ, ਸਾਰੇ ਭਵਨ ਨਾਮ ਦੇ ਆਸਰੇ। ਨਾਮ ਕੈ ਸੰਗ ਉਧਰੇ ਸੁਨ ਸਰਵਨ। ਕੰਨਾਂ ਨਾਲ ਸੁਣ ਕੇ ਉਧਾਰ ਹੁੰਦਾ ਜਿਹੜਾ, ਉਹ ਵੀ ਨਾਮ ਦੇ ਸੰਗ ਹੁੰਦਾ ਹੈ। ਨਿਸ਼ਚਲ ਨਾਮ ਨਿਧਾਨ ਹੈ, ਜਿਸ ਸਿਮਰਤ ਹਰ ਲਾਧਾ। ਸਾਧ ਸੰਗਤ ਜੀ, ਉਹ ਨਾਮ ਨਿਸ਼ਚਲ ਹੈ। ਨਾਮ ਦੇ ਨਾਲ ਹੀ, ਨਾਮ ਦੇ ਜਪਣ ਨਾਲ ਹੀ, ਨਾਮ ਦੇ ਸਿਮਰਨ ਕਰਨ ਨਾਲ ਹੀ ਹਰੀ ਲੱਝਦਾ ਹੈ। ਪਰਮਾਤਮਾ ਮਿਲਦਾ ਹੈ ਸਾਨੂੰ। ਅਸਲ ਵਿੱਚ ਗੁਆਚੇ ਹੋਏ ਤਾਂ ਅਸੀਂ ਹੈ, ਹਰੀ ਨਹੀਂ ਗੁਆਚਿਆ ਵਾ। ਹਰੀ ਤਾਂ ਸਭ ਜਗ੍ਹਾ ਹੈਗਾ, ਪੜਦਾ ਸਾਡੀਆਂ ਅੱਖਾਂ 'ਤੇ ਹੈ। ਸਾਨੂੰ ਉਹ ਬੇਪਰਦ ਦਿਖਦਾ ਨਹੀਂ, ਕਿਉਂਕਿ ਸਾਡੀਆਂ ਅੱਖਾਂ ਬਾਪਰਦ ਹੈ। ਅੱਖਾਂ ਦੇ ਉੱਪਰ ਪੜਦਾ ਹੈ। ਗਰਦ ਸ਼ੀਸ਼ੇ 'ਚ ਨਹੀਂ ਹੁੰਦੀ, ਗਰਦ ਮੂੰਹ ਪਰ ਹੁੰਦੀ ਹੈ। ਉਹ ਦਿਖੀ ਜਾਂਦੀ ਹੈ ਸ਼ੀਸ਼ੇ 'ਚ। ਸੋ ਜਿਹੜਾ ਨਾਮ ਹੈ ਉਹ ਨਿਸ਼ਚਲ ਹੈ,
ਪਰਮਾਤਮਾ ਨਿਸ਼ਚਲ ਹੈ, ਸ਼ਬਦ ਨਿਸ਼ਚਲ ਹੈ, ਉਹਦੀ ਸਾਰੀ ਜਿਹੜੀ ਕਾਇਨਾਤ ਹੈ ਉਹ ਨਿਸ਼ਚਲ ਨਹੀਂ ਹੈ। ਇਹ ਉਹਨੇ ਬਣਾਈ ਹੋਈ ਹੈ, ਸਾਜੀ ਹੋਈ ਹੈ, ਜਦ ਮਰਜੀ ਸਮੇਟ ਲੈਂਦਾ। ਜਬ ਉਦ ਕਰਤ ਕਰਾ ਕਰਤਾਰਾ, ਉਹ ਬਾਤ ਤੋ ਜਦ ਉਹਨੇ ਆਕਰਖਣ ਕਰਨਾ ਤਾਂ ਸਾਰਿਆਂ ਨੂੰ ਸਮੇਟ ਵੀ ਦੇਣਾ, ਉਹਦੇ ਵਿੱਚ ਹੀ ਸਾਰੇ ਜਾ ਸਮਾਉਂਦੇ ਆ। ਫਿਰ ਕਰ ਕਿਰਪਾ ਜਿਸ ਆਪਨੇ ਨਾਮ ਲਾਏ, ਜਿਹਦੇ ਪਰ ਕਿਰਪਾ ਕਰ ਦਿੰਦਾ, ਅਲਤਾਫ ਕਰ ਦਿੰਦਾ, ਉਹਨੂੰ ਆਪਣੇ ਨਾਮ ਦੇ ਨਾਲ ਜੋੜ ਦਿੰਦਾ ਗੁਰੂ ਦੁਆਰਾ। ਪਰਮਾਤਮਾ ਸਿੱਧੀ ਕਿਰਪਾ ਨਹੀਂ ਸਾਧ ਸੰਗਤ ਜੀ ਬਹੁਤੀ ਕਰਦਾ ਕਿਸੇ ਪਰ। ਗੁਰੂ ਦਾ ਕਨਸੈਪਟ, ਸੰਤ ਦਾ ਕਨਸੈਪਟ ਉਹਨੇ ਰੱਖਿਆ ਹੋਇਆ, ਗੁਰੂ ਦੁਆਰਾ, ਸੰਤ ਦੁਆਰਾ ਕਿਰਪਾ ਕਰਦਾ। ਬਹੁਤ ਵਿਰਲਾ ਐਸਾ ਹੁੰਦਾ, ਜਿਵੇਂ ਗੁਰੂ ਨਾਨਕ ਸਾਹਿਬ ਧੁਰ ਤੋਂ ਬਖਸ਼ੇ ਹੋਏ ਸੀ, ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਕਹਿੰਦੇ ਹਾਂ, ਉਹ ਹੁੰਦੀ ਹੈ ਬਹੁਤ ਵਿਰਲੀ, ਐਕਸੈਪਸ਼ਨਲ। ਵੈਸੇ ਜਿਹੜਾ ਦਸਤੂਰ ਆ ਉਹ ਇਹ ਹੈ ਵੀ ਗੁਰੂ ਨਾਲ ਜੁੜੋ, ਸੰਤ ਨਾਲ ਪੂਰੇ ਨਾਲ ਜੁੜੋ, ਚੌਥੇ ਪਦ ਵਾਲੇ ਨਾਲ, ਫਿਰ ਤੁਹਾਡੀ ਗਤੀ ਹੋਊਗੀ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਫਿਰ ਗਤੀ ਨੂੰ ਪ੍ਰਾਪਤ ਹੁੰਦਾ ਬੰਦਾ। ਦੁਨੀਆ ਦਾ ਜਿਹੜਾ ਗਿਆਨ ਧਿਆਨ ਹੈ ਇਹ ਵੀ ਨਾਮ ਦੇ ਆਸਰੇ, ਪਰ ਇਹਦੇ ਨਾਲ ਗਤੀ ਕੋਈ ਨਹੀਂ ਹੋਣੀ। ਇਹਨੂੰ ਆਪਾਂ ਬਹੁਤ ਨਾ ਸ਼ੈਲੋ ਜਿਹਾ ਕਰਕੇ, ਓਛਾ ਜਿਹਾ ਕਰਕੇ ਲੈ ਲੈਂਦੇ ਵੀ ਨਾ ਜੀ ਗੁਰਬਾਣੀ ਫਰਮਾਉਂਦੀ ਹੈ ਸਭ ਕੁਛ ਨਾਮ ਹੈ। ਉਹ ਭਾਈ ਨਾਮ ਕਰਕੇ ਹੈ ਸਾਰਾ ਕੁਛ। ਹੁਣ ਜੇ ਚੋਰ ਵੀ ਕਹੇ ਵੀ ਮੈਂ ਤਾਂ ਨਾਮ ਦੇ ਆਸਰੇ ਹੀ ਚੋਰੀ ਕਰਦਾ, ਇਹ ਗਲਤ ਬਾਤ ਹੈ। ਫਿਰ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਨਹੀਂ ਵੀ ਚੋਰ ਕੀ ਹਮ ਭਰੇ ਨਾ ਕੋਏ। ਜੇ ਕੋਈ ਜੁਆਰੀਆ ਕਹੇ ਮੈਂ ਤਾਂ ਰੱਬ ਦੇ ਹੁਕਮ ਵਿੱਚ ਜੂਆ ਖੇਡਦਾ, ਇਹ ਗੱਲਾਂ ਪ੍ਰਵਾਨ ਨਹੀਂ ਹੈ ਗੁਰੂ ਨੂੰ। ਗੁਰੂ ਔਰ ਪਰਮਾਤਮਾ ਇੱਕੋ ਹੀ ਆ, ਉਹਨਾਂ ਦੀ ਪਰਸਨੈਲਿਟੀ ਵੀ ਇੱਕ ਹੈ, ਸੋਚ ਵੀ ਇੱਕ ਹੈ, ਪਰਮਾਤਮਾ ਹੀ ਹੁੰਦਾ ਗੁਰੂ ਜਾਂ ਸੰਤ। ਸੋ ਸਾਨੂੰ ਉਹਨਾਂ ਨੇ ਜੋ ਸਮਝਾਇਆ ਸੀ ਉਹਦਾ ਅਨੁਸਰਨ ਕਰਨਾ। ਇਹ ਚੀਜ਼ ਨੂੰ ਉੱਧਰ ਨਹੀਂ ਲੈ ਕੇ ਜਾਣਾ ਵੀ ਸਭ ਕੁਛ ਉਹੀ ਹੈ ਬਿਲਕੁਲ ਉਹੀ ਹੈ। ਇਹ ਸਮਝਣ ਵਾਲੀ ਗੱਲ ਹੈ, ਇਹਨੂੰ ਬੁੱਝਣਾ ਪੈਂਦਾ ਗੱਲ ਨੂੰ। ਤੋ ਸਭ ਜਗ੍ਹਾ ਉਹੀ ਹੈ, ਨੈਗੇਟਿਵ ਪੋਜ਼ੀਟਿਵ ਸਭ ਉਸੇ ਦੇ ਗੁਣ ਹੈ। ਆਪਾਂ ਨੇ ਪੋਜ਼ੀਟਿਵ ਗ੍ਰਹਿਣ ਕਰਨੇ, ਨਾ ਕਿ ਨੈਗੇਟਿਵ। ਤੋ ਸਾਧ ਸੰਗਤ ਜੀਓ, ਰੂਪ ਸਤ ਜਾਂ ਕਾ ਸਤ ਅਸਥਾਨ, ਉਹਦਾ ਰੂਪ ਵੀ ਸਤ ਰਹਿਣ ਵਾਲਾ, ਉਹਦਾ ਅਸਥਾਨ ਵੀ ਸਤ, ਪੁਰਖ ਸਤ ਕੇਵਲ ਪ੍ਰਧਾਨ। ਉਹ ਸਤਪੁਰਖ ਹੈ, ਕੇਵਲ ਉਹੀ ਪ੍ਰਧਾਨ ਹੈ, ਬਾਕੀ ਸਭ ਦੁਨੀਆ ਉਸ ਤੋਂ ਬਹੁਤ ਹੇਠ ਹੈ। ਕੋਈ ਨਹੀਂ ਸਮਝ ਸਕਦਾ ਉਹਨੂੰ, ਸਤਪੁਰਖ ਨੂੰ। ਸਤਪੁਰਖ ਜਿਹਨੇ ਜਾਣ ਲਿਆ ਉਹੀ ਸਤਪੁਰਖ ਹੁੰਦਾ ਹੈ। ਫਿਰ ਬੰਦੇ ਨੂੰ ਜਿਹਨੂੰ ਚੌਥਾ ਪਦ ਉਹਨੇ ਬਖਸ਼ ਦਿੱਤਾ, ਉਹ ਵੀ ਸਤਪੁਰਖ ਬਣ ਜਾਂਦਾ। ਕਰਤੂਤ ਸਤ, ਸਤ ਜਾਂ ਕੀ ਬਾਣੀ, ਉਹਦੀ ਸਾਰੀ ਕਰਤੂਤ, ਸਾਰਾ ਉਹਦਾ ਕਾਰੋਬਾਰ ਵਿਹਾਰ ਸਭ ਸੱਤ ਹੈ। ਉਹਦੀ ਬਾਣੀ ਵੀ ਸੱਤ ਹੈ, ਉਹਦਾ ਨਾਮ ਵੀ ਸੱਤ ਹੈ। ਸਤਪੁਰਖ ਸਭ ਮਾਹੇ ਸਮਾਣੀ, ਸਭ ਦੇ ਵਿੱਚ ਉਹ ਸਮਾਇਆ ਹੋਇਆ, ਊਚ ਨੀਚ ਮੈਂ ਸਭ ਜਗ੍ਹਾ ਉਹਦੀ ਜੋਤ ਹੈ। ਸਤ ਕਰਮ ਜਾਂ ਕੀ ਰਚਨਾ ਸਤ, ਉਹਦਾ ਕਰਮ ਵੀ ਸੱਚਾ ਰਹਿਣ ਵਾਲਾ, ਉਹਦੀ ਰਚਨਾ ਵੀ ਸੱਚੀ। ਇਹ ਜਗ ਸੱਚਾ ਕੀ ਹੈ ਕੋਰੜੀ, ਸੱਚੇ ਕਾ ਵਿੱਚ ਵਾਸ। ਜਦ ਉਹ ਵਿੱਚ ਬੈਠਾ ਤਾਂ ਜਗਤ ਵੀ ਸੱਚਾ ਹੈ, ਪਰ ਕੂੜ ਵੀ ਹੈ। ਹੁਣ ਦੇਖੋ ਇਹਨਾਂ ਗੱਲਾਂ ਨੂੰ ਸਮਝਣਾ ਪੈਣਾ। ਆਸਾ ਕੀ ਵਾਰ 'ਚ ਐਕਸਪਲੇਨ ਕਰੀਆਂ ਹੋਈਆਂ ਗੁਰੂ ਬਾਬਿਆਂ ਨੇ। ਸੰਸਾਰ ਨਾਸ਼ਵਾਨ ਵੀ ਹੈ, ਸੰਸਾਰ ਸੱਤ ਵੀ ਹੈ। ਜਦੋਂ ਪਰਮਾਤਮਾ ਵਿੱਚ ਬੈਠਾ ਉਸ ਕਰਕੇ ਉਹ ਸੱਤ ਹੈ, ਪਰ ਬਣਾਇਆ ਹੋਇਆ ਪਰਮਾਤਮਾ ਦਾ ਹੀ ਹੈ। ਇਹ ਵੀ ਗੱਲ ਸਾਨੂੰ ਬੁਝਾਤੀ ਵੀ ਸੰਸਾਰ ਨੇ ਰਹਿਣਾ ਕੋਈ ਨਹੀਂ ਹੈ, ਇਹ ਅਨਾਦਿ ਨਹੀਂ ਹੈ, ਇਹਨੇ ਮਿਟਣਾ ਇੱਕ ਦਿਨ। ਕਈ ਵਾਰ ਮਿਟ ਲਿਆ ਪਹਿਲਾਂ ਵੀ, ਇਹ ਵੀ ਗੱਲ ਗੁਰਬਾਣੀ 'ਚ ਆਉਂਦੀ ਹੈ। ਸੋ ਸਮਝਣ ਦੀ ਬਾਤ ਹੈ, ਸਾਰੀ ਸਟਲਟੀ ਹੈ ਗੁਰਬਾਣੀ ਦੇ ਵਿੱਚ। ਬੁੱਝਣਾ ਜਿਹਨੂੰ ਕਹਿੰਦੇ ਆ, ਜਿਹਨੇ ਬੁੱਝ ਲਿਆ ਉਹਦੇ ਵਾਸਤੇ ਸਭ ਕੁਛ ਹੈ, ਨਹੀਂ ਕੁਛ ਵੀ ਪੱਲੇ ਨਹੀਂ ਹੈ। ਬੁੱਧੀ ਨਾਲ ਇਹ ਬੁੱਝਣਾ ਨਹੀਂ ਹੁੰਦਾ ਕਦੇ ਵੀ। ਗੁਰੂ ਮਿਹਰ ਕਰੇ, ਵਿਵੇਕ ਦਵੇ ਸਾਨੂੰ, ਵਿਵੇਕ ਬੁੱਧੀ ਬਖਸ਼ੇ, ਤਾਂ ਹੀ ਇਹਨਾਂ ਬਾਤਾਂ ਦੀ ਸਮਝ ਆ ਸਕਦੀ ਹੈ, ਨਹੀਂ ਤਾਂ ਮੁਸ਼ਕਿਲ ਹੈ। ਮੂਲ ਸਤ, ਸਤ ਉਤਪਤ, ਉਹ ਮੂਲ ਹੈ ਜਿਹੜਾ ਪਰਮਾਤਮਾ, ਮੂਲ ਮੁੱਢ ਨੂੰ ਕਹਿੰਦੇ, ਉਹ ਸੱਤ ਹੈ, ਸੱਚਾ ਹੈ, ਰਹਿਣ ਵਾਲਾ ਹੈ, ਸਦੀਆਂ ਤੋਂ ਹਮੇਸ਼ਾ ਤੋਂ ਹੈ, ਉਹ ਸਦੀਆਂ ਤੋਂ ਵੀ ਪਹਿਲਾਂ ਤੋਂ ਹੈ। ਉਹਦੀ ਉਤਪਤੀ ਵੀ ਸੱਤ ਹੈ, ਕਿਉਂਕਿ ਵਿੱਚ ਬੈਠਾ ਉਹ। ਸਤ ਕਰਨੀ ਨਿਰਮਲ ਨਿਰਮਲੀ, ਉਹਦੀ ਜਿਹੜੀ ਕਰਨੀ ਉਹ ਵੀ ਸੱਤ ਹੈ, ਉਹ ਨਿਰਮਲ ਹੈ। ਜਿਸੈ ਬੁਝਾਏ ਤਿਸੈ ਸਭ ਭਲੀ, ਜਿਹਨੂੰ ਬੁਝਾ ਦਿੰਦਾ ਇਹ ਗੱਲ ਉਹਦੇ ਵਾਸਤੇ ਭਲੀ ਚੀਜ਼ ਹੈ। ਜਿਹਨੂੰ ਨਹੀਂ ਬੁਝਾਉਂਦਾ ਉਹਦੇ ਖਾਤਰ ਤਾਂ ਫਿਰ ਨਹੀਂ ਸਮਝ ਆ ਸਕਦੀ ਉਹਨੂੰ ਵੀ ਇਹ ਸੰਸਾਰ ਕਿਆ ਹੈ, ਪਰਮਾਤਮਾ ਕਿਆ ਹੈ, ਸੰਤ ਕੌਣ ਹੁੰਦਾ, ਚੌਥਾ ਪਦ ਕਿਆ ਹੈ। ਬੁੱਧੀ ਨਾਲ ਦੇਖਦਾ ਬੰਦਾ, ਹਰ ਚੀਜ਼ ਨੂੰ ਆਪਣੇ ਗਿਆਨ 'ਚ ਫਰੋਲਦਾ ਹੈ। ਵੇਦ ਸ਼ਾਸਤਰ ਕੋ ਤਰਕਣ ਲੱਗਾ, ਅਸੀਂ ਫਿਰ ਵੇਦਾਂ ਸ਼ਾਸਤਰਾਂ ਤੋਂ ਤਰਕਦੇ ਵੀ ਹੈ ਬੁੱਧੀ ਨਾਲ।
ਜੇ ਵਿਵੇਕ ਬੁੱਧੀ ਨਾਲ ਦੇਖੀਏ ਫਿਰ ਠੀਕ ਹੈ, ਫਿਰ ਤਾਂ ਗੁਰੂ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਵੀ ਚਾਰੇ ਵੇਦ ਕਥੈਂ ਆਕਾਰ, ਤੀਨ ਅਵਸਥਾ ਕਹੈਂ ਬਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ। ਜਦੋਂ ਉਹ ਅਵਸਥਾ ਵਿੱਚੋਂ ਦੇਖਦਾ ਬੰਦਾ ਉਹ ਠੀਕ ਹੈ, ਪਰ ਜੇ ਦੁਨਿਆਵੀ ਗਿਆਨ ਨਾਲ ਖੰਡਨ ਕਰਨ ਲੱਗ ਜਾਵੇ ਫਿਰ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਗੱਲ ਗੱਲ ਦੇ ਉੱਤੇ ਸਾਨੂੰ ਗੁਰਬਾਣੀ ਰੋਕ ਕੇ ਸਮਝਾਉਂਦੀ ਹੈ, ਬੁੱਝਣਾ ਕਰਾਉਂਦੀ ਹੈ ਵੀ ਇਹ ਗੱਲ ਇਸ ਤਰ੍ਹਾਂ ਭਾਈ, ਇਹਨੂੰ ਅੱਖਰੀ ਅਰਥ ਨਾਲ ਲੈ ਜਾਓ ਕਿਤੇ। ਤੋ ਸਾਧ ਸੰਗਤ ਜੀਓ, ਜਿਸੈ ਬੁਝਾਏ ਤਿਸੈ ਸਭ ਭਲੀ, ਉਸੇ ਨੂੰ ਇਹਦਾ ਪਤਾ ਲੱਗਦਾ ਵੀ ਇਹ ਸਭ ਕੁਛ ਭਲਾ ਹੀ ਭਲਾ, ਜੋ ਵੀ ਉਹ ਕਰ ਰਿਹਾ ਸਭ ਠੀਕ ਕਰ ਰਿਹਾ। ਜੇ ਸਾਡੇ ਨਾਲ ਅੱਜ ਕੋਈ ਐਸਾ ਹੋ ਗਿਆ, ਭਾਣਾ ਵਾਪਰ ਗਿਆ, ਸਾਡਾ ਕੋਈ ਸੰਬੰਧੀ ਗੁਜ਼ਰਦਾ ਹੈ ਜਾਂ ਕੋਈ ਹੋਰ ਘਾਟਾ ਨੁਕਸਾਨ ਹੋ ਜਾਂਦਾ ਹੈ, ਇਹ ਸਭ ਉਹਦੇ ਹੁਕਮ ਵਿੱਚ ਸਾਨੂੰ ਭਲਾ ਕਰਕੇ ਹੀ ਮੰਨ ਲੈਣਾ ਚਾਹੀਦਾ। ਨਹੀਂ ਵੀ ਮੰਨੂਗੇ ਤਾਂ ਉਹ ਮਨਾ ਲੈਂਦਾ। ਤੋ ਸਾਧ ਸੰਗਤ ਜੀਓ, ਸਤਿਨਾਮ ਪ੍ਰਭ ਕਾ ਸੁਖਦਾਈ, ਸੁਖਦਾਈ ਕੇਵਲ ਆਨੰਦਮਈ, ਕੇਵਲ ਪ੍ਰਭੂ ਦਾ ਨਾਮ ਹੈ ਜਿਹੜਾ ਸੱਚਾ ਹੈ, ਜਿਹੜਾ ਸਥਿਰ ਹੈ, ਬਾਕੀ ਸਭ ਕੁਛ ਨੇ ਮਿਟ ਜਾਣਾ ਇੱਥੇ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਉਸ ਸਤ ਰਹਿਣ ਵਾਲੇ ਦਾ ਜਿਹੜਾ ਵਿਸ਼ਵਾਸ ਆਉਂਦਾ ਬੰਦੇ ਦੇ ਅੰਦਰ, ਉਹ ਗੁਰੂ ਤੇ ਮਿਲਦਾ ਹੈ। ਗੁਰੂ ਤੋਂ ਬਿਨਾਂ ਇਹ ਵਿਸ਼ਵਾਸ ਆ ਹੀ ਨਹੀਂ ਸਕਦਾ। ਸਤ ਵਚਨ ਸਾਧੂ ਉਪਦੇਸ਼, ਸਾਧ ਸੰਗਤ ਜੀਓ, ਸਾਡਾ ਜਿਹੜਾ ਹਿੰਦੂ ਫਲਸਫਾ ਹੈ ਪੁਰਾਣਾ, ਉਹਦੇ ਵਿੱਚ ਇੱਕ ਧਾਰਾ ਇਹ ਵੀ ਹੈ ਵੀ ਜਿਹੜਾ ਪਰਮਾਤਮਾ ਉਹ ਵੀ ਅਨਾਦਿ ਹੈ ਤੇ ਜਿਹੜੀ ਮਾਇਆ ਉਹ ਵੀ ਅਨਾਦਿ ਹੈ, ਵੀ ਇਹ ਪਹਿਲਾਂ ਤੋਂ ਹੀ ਹੈ। ਗੁਰਮਤਿ ਫਲਸਫਾ ਇੱਕ ਨਹੀਂ ਹੈ। ਗੁਰਮਤਿ ਕਹਿੰਦੀ ਹੈ ਵੀ ਮੁੱਢ ਵਿੱਚ ਉਹੀ ਸੀਗਾ, ਉਸ ਤੋਂ ਮਾਇਆ ਬਣੀ ਹੈ, ਉਹਨੇ ਸਾਜੀ ਹੈ ਮਾਇਆ। ਮਾਇਆ ਪਹਿਲਾਂ ਨਹੀਂ ਸੀਗੀ, ਨਾ ਹੀ ਮਾਇਆ ਨੇ ਫੇਰ ਰਹਿਣਾ ਹੈ, ਇਹਨੇ ਫੇਰ ਮਿਟਣਾ ਹੈ। ਇਹ ਕੇਵਲ ਔਰ ਕੇਵਲ ਪ੍ਰਭੂ ਸੱਚਾ ਹੈ, ਸੱਤ ਹੈ, ਜਿਹੜਾ ਰਹਿੰਦਾ ਹਰ ਵਕਤ, ਪਹਿਲਾਂ ਵੀ ਸੀ ਹੁਣ ਵੀ ਹੈ। ਮਾਇਆ ਸੱਤ ਨਹੀਂ ਹੈ, ਮਾਇਆ ਮਿਥਿਆ ਹੈ। ਇਹ ਜਿਹੜੇ ਵਿਸ਼ਵਾਸ ਹੈ ਇਹ ਗੁਰੂ ਤੋਂ ਮਿਲਦੇ ਹੈ, ਬਿਨਾਂ ਗੁਰੂ ਤੋਂ ਗਤ ਨਹੀਂ ਹੋ ਸਕਦੀ। ਸਤ ਵਚਨ ਸਾਧੂ ਉਪਦੇਸ਼, ਸਾਧੂ ਦਾ ਜਿਹੜਾ ਉਪਦੇਸ਼ ਹੁੰਦਾ ਉਹ ਸੱਚ ਵਚਨ ਹੁੰਦਾ, ਕਿਉਂਕਿ ਉਹ ਚੌਥੇ ਪਦ ਜਾਂ ਪਰਮ ਪਦ ਚੋਂ ਨਿਕਲੇ ਹੋਏ ਹੁੰਦੇ। ਸਤ ਤੇ ਜਨ ਜਾਂ ਕੈ ਹਿਰਦੈ ਪ੍ਰਵੇਸ਼, ਕੌਣ ਜਨ ਸੱਤ ਹੋ ਜਾਂਦਾ, ਸੱਚਾ ਹੋ ਜਾਂਦਾ, ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਪ੍ਰਵੇਸ਼ ਕਰਕੇ ਪ੍ਰਗਟ ਹੋ ਜਾਂਦਾ। ਪਰ ਵੈਸੇ ਤਾਂ ਹੈ ਸਭ ਦੇ ਅੰਦਰ ਜੋਤ ਉਹਦੀ, ਪਰ ਪ੍ਰਗਟ ਨਹੀਂ ਹੈ। ਸਤ ਨਿਰਤ ਬੂਝੈ ਜੇ ਕੋਏ, ਜੇ ਕੋਈ ਸੱਤ ਦਾ ਚੱਲਣਾ, ਜਿਹੜਾ ਨਿਰਤ ਨੂੰ ਕਈ ਵਿਚਾਰਕਾਂ ਨੇ ਤਾਂ ਨਿਰਣੇ ਕਰਨੇ ਦੀ ਉਹਦੇ 'ਚ ਲਿਆ ਹੋਇਆ, ਪਰ ਨਿਰਤ ਦਾ ਮਤਲਬ ਹੁੰਦਾ ਅਸਲ 'ਚ ਨੱਚਣਾ। ਸੱਚ ਦਾ ਜਿਹੜਾ ਨਾਚ ਹੈ, ਜਿਹੜਾ ਸਾਨੂੰ ਪਰਮਾਤਮਾ ਨਚਾ ਰਿਹਾ ਹੈ, ਅਸੀਂ ਝੂਠਾ ਨਾਚ ਨੱਚ ਰਹੇ ਹਾਂ, ਇੱਧਰ ਵੀ ਉਹਨੇ ਲਾਏ ਹੋਏ ਆ। ਪਰ ਜੇ ਸੱਚ ਦਾ ਜਿਹੜਾ ਨਾਚ ਹੈ, ਸੱਚ ਦਾ ਜਿਹੜਾ ਚੱਲਣ ਹੈ, ਪ੍ਰਚਲਨ ਹੈ, ਜੇ ਕੋਈ ਬੁੱਝ ਲਵੇ, ਨਾਮ ਜਪਤ ਤਾਂ ਕੀ ਗਤ ਹੋਏ, ਫਿਰ ਉਹਦੀ ਨਾਮ ਜਪ ਕੇ ਗਤ ਹੋ ਜਾਂਦੀ ਹੈ। ਜਿਹੜਾ ਸੱਚ ਦੇ ਵਿਚਾਰ ਨੂੰ, ਸੱਚ ਦੇ ਨਿਰਣੇ ਨੂੰ ਸਮਝ ਲਵੇ, ਬੁੱਝ ਲਵੇ, ਸਮਝਣਾ ਵੀ ਹੋਰ ਗੱਲ ਹੈ, ਜਿਹੜਾ ਇਹਨੂੰ ਬੁੱਝ ਲਵੇ। ਹੁਣ ਦੇਖੋ ਸਾਧ ਸੰਗਤ ਜੀਓ, ਬਾਬਾ ਬੁੱਲੇ ਸ਼ਾਹ ਦਾ ਬਹੁਤ ਵਡਿਆਈ ਇਸ ਕਰਕੇ ਹੈ ਵੀ ਲੋਕ ਸਮਝਦੇ ਆ ਵੀ ਨੱਚ ਗਾ ਕੇ ਪਰਮਾਤਮਾ ਪ੍ਰਾਪਤੀ ਹੁੰਦੀ ਹੈ, ਕਿਉਂਕਿ ਉਹ ਘੁੰਗਰੂ ਬੰਨ੍ਹ ਕੇ ਨੱਚਦੇ ਸੀਗੇ ਆਪਣੇ ਗੁਰੂ ਨੂੰ ਰਿਝਾਉਣ ਖਾਤਰ। ਕੁੱਲ ਮਿਲਾ ਕੇ ਤਾਂ ਇਹ ਗੱਲ ਠੀਕ ਹੈ ਵੀ ਇਹ ਵੀ ਉਹਦੇ ਹੁਕਮ ਵਿੱਚ ਹੋ ਰਿਹਾ, ਪਰ ਬਾਬਿਆਂ ਨੇ ਸਾਨੂੰ ਵਰਜਿਆ ਨੱਚਣੇ ਗਾਉਣੇ ਤੋਂ। ਇਹ ਮਨ ਦਾ ਚਾਉ ਹੈ, ਨੱਚਣ ਕੁੱਦਣ ਮਨ ਕਾ ਚਾਉ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਪ੍ਰੇਮ ਉੱਥੇ ਹੁੰਦਾ ਜਿੱਥੇ ਰੱਬ ਦਾ ਡਰ ਹੁੰਦਾ। ਨੱਚਣਾ ਗਾਉਣਾ ਜਿਹੜਾ ਇਹ ਮਨ ਦੇ ਸ਼ੌਂਕ ਹੈ, ਇਹ ਦੁਨਿਆਵੀ ਹੈ, ਇਹ ਰਹਿਣ ਵਾਲੇ ਨਹੀਂ ਹੈ। ਹਾਂ, ਨੱਚਣਾ ਦੀ ਬਜਾਏ ਜੇ ਅਸੀਂ ਗੰਭੀਰਤਾ ਦੇ ਨਾਲ ਗਾਈਏ ਰਾਗਾਂ ਨੂੰ, ਜਿਵੇਂ ਬਾਣੀ ਰਾਗਾਂ 'ਚ, ਫਿਰ ਸਾਨੂੰ ਪ੍ਰਾਪਤੀ ਵੀ ਹੁੰਦੀ ਹੈ। ਗੱਲ ਉਹੀ ਹੁੰਦੀ ਹੈ, ਉਹਦਾ ਐਂਗਲ ਅਲੱਗ ਹੁੰਦਾ ਦੇਖਣ ਦਾ, ਜਿਹਨੂੰ ਸਟਲਟੀ ਕਿਹਾ ਜਾਂਦਾ ਜਾਂ ਬਰੀਕ ਵਿਚਾਰ ਕਿਹਾ ਜਾਂਦਾ। ਉਹ ਗੱਲ ਗੁਰਬਾਣੀ 'ਚੋਂ ਆਪਾਂ ਨੇ ਫਾਈਂਡ ਆਊਟ ਕਰਨੀ ਹੈ, ਜੇ ਸਾਨੂੰ ਮੱਤ ਦੇਵੇ ਤਾਂ। ਤੋ ਸਾਧ ਸੰਗਤ ਜੀ, ਉਹ ਆਪ ਸੱਤ ਕੀਆ ਸਭ ਸੱਤ, ਉਹ ਆਪ ਵੀ ਸੱਤ ਹੈ, ਉਹਦੇ ਜੋ ਕੁਛ ਕਰਿਆ ਹੋਇਆ ਉਹ ਵੀ ਸਭ ਸੱਤ ਹੈ। ਮਿਥਿਆ ਦੇ ਉਲਟ ਨੂੰ ਸੱਤ ਕਹਿੰਦੇ ਆ। ਮਿਥਿਆ ਨਾ ਰਹਿਣ ਵਾਲੀ, ਸੱਤ ਹੁੰਦਾ ਜਿਹੜਾ ਹਮੇਸ਼ਾ ਰਹਿੰਦਾ। ਆਪੇ ਜਾਣੈ ਆਪਣੀ ਮਿਤ ਗਤ, ਉਹ ਆਪਣੀ ਅੰਦਾਜ਼ੇ ਨੂੰ, ਆਪਣੀ ਗਤੀ ਨੂੰ ਆਪ ਜਾਣਦਾ। ਦੁਨੀਆ ਨਹੀਂ ਉਹਦਾ ਅੰਦਾਜ਼ਾ ਲਗਾ ਸਕਦੀ। ਸਮੁੰਦਰ ਦੀ ਗਤੀ ਮੱਛੀ ਕਿਵੇਂ ਪਾ ਲੂਗੀ, ਜਾਂ ਉਹਦੀ ਮਿਤੀ ਕਿਵੇਂ ਪਾ ਲੂਗੀ, ਨਹੀਂ ਪਾ ਸਕਦੀ। ਵਿੱਚ ਸਮਾ ਸਕਦੀ ਹੈ, ਅੰਤ ਨਹੀਂ ਜਾਣ ਸਕਦੀ। ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਜਿਹਦੀ ਇਹ ਸ੍ਰਿਸ਼ਟੀ ਸਾਜੀ ਹੋਈ ਹੈ ਉਹੀ
ਉਹਦਾ ਕਰਨਹਾਰ ਹੈ। ਅਵਰ ਨਾ ਬੂਝ ਕਰਤ ਵਿਚਾਰ, ਹੋਰ ਗੱਲਾਂ ਨੂੰ ਛੱਡ ਦਿਓ, ਕੋਈ ਲੋੜ ਨਹੀਂ ਬਾਕੀਆਂ ਦੀ ਵਿਚਾਰਾਂ ਕਰਨ ਦੀ, ਕਰਨ ਵਾਲਾ ਉਹੀ ਹੈ, ਉਹਦੀ ਵਿਚਾਰ ਕਰੋ। ਕਰਤੇ ਕੀ ਮਿਤ ਨਾ ਜਾਣੈ ਕੀਆ, ਜਿਹੜਾ ਉਹਨੇ ਕਰਿਆ ਹੋਇਆ ਕੀਤਾ ਹੈ ਉਹ ਕਰਤੇ ਦੀ ਮਿਤ ਨੂੰ ਕਿਵੇਂ ਜਾਣੂਗਾ। ਪਿਤਾ ਕਾ ਜਨਮ ਕੇ ਜਾਣੈ ਪੂਤ। ਇੱਕ ਹੋਰ ਜਗ੍ਹਾ ਪਵਿੱਤਰ ਵਚਨ ਹੈ, ਗੁਰਵਾਕ ਹੈ, ਕੀਤੇ ਕੋ ਮੇਰੇ ਸਮਾਨੈ ਕਰਨਹਾਰ ਤ੍ਰਿਣ ਜਾਣੈ। ਜੋ ਕੁਛ ਉਹਨੇ ਕਰਿਆ ਹੋਇਆ ਬਣਾਇਆ ਹੋਇਆ ਉਹਨੂੰ ਤਾਂ ਸਵੇਰ ਪਰਬਤ ਸਮਝਦਾ ਬੰਦਾ ਮਾਇਆ ਨੂੰ। ਜਿਹਨੇ ਇਹ ਬਣਾਈ ਹੈ ਮਾਇਆ ਉਹਨੂੰ ਤ੍ਰਿਣ ਸਮਾਨ ਇੱਕ ਤ੍ਰਿੜ ਸਮਝਦਾ। ਇਹ ਵਿਡੰਬਣਾ ਹੈ ਸਾਡੀ ਸਮਝ ਦੀ। ਜਿਹਨੂੰ ਇਹ ਵਿਚਾਰ ਦੇ ਦਿੱਤੀ ਵੀ ਇਹ ਗਲਤ ਹੈ ਉਹ ਚੌਥੇ ਪਦ 'ਚ ਗੱਤ ਪਾ ਜਾਂਦਾ, ਅਦਰਵਾਈਜ਼ ਨਹੀਂ ਪੈਂਦੀ। ਨਾਨਕ ਜੋ ਤਿਸ ਭਾਵੈ ਸੋ ਵਰਤਿਆ, ਜੋ ਉਹਨੂੰ ਭਾਉਂਦਾ ਹੁੰਦਾ ਉਹੀ ਵਰਤ ਰਿਹਾ। ਬਿਸਮਨ ਬਿਸਮ ਭਏ ਬਿਸਮਾਦ, ਬਿਸਮਾਦ ਬਿਸਮਾਦ ਬਿਸਮਾਦ, ਬਿਸਮਾਦ ਨਾਦ ਬਿਸਮਾਦ ਵੇਦ, ਸਭ ਕੁਛ ਬਿਸਮਾਦ ਹੈ। ਜਦ ਬੰਦੇ ਨੂੰ ਸਮਝ ਪੈ ਜਾਂਦੀ ਹੈ ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਉਹ ਅਵਸਥਾ ਪੈਦਾ ਹੋ ਜਾਂਦੀ ਹੈ। ਜਿਨ ਬੂਝਿਆ ਤਿਸ ਆਇਆ ਸਵਾਦ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗਾ ਕਿਆ ਬੋਲੂਗਾ, ਇਸ਼ਾਰੇ ਕਰ ਸਕਦਾ, ਸਵਾਦ ਆਉਂਦਾ ਉਹਨੂੰ ਗੁੜ ਖਾ ਕੇ। ਐਸੇ ਤਰੀਕੇ ਨਾਲ ਸੰਤ ਜਨ ਫਿਰ ਚੁੱਪ ਹੋ ਜਾਂਦੇ ਆ। ਇੱਕ ਹੱਦ ਤੱਕ ਬੋਲਦੇ ਆ ਲਿਖਦੇ ਆ ਵੀ ਚਲੋ ਦੂਜਿਆਂ ਦਾ ਵੀ ਉਧਾਰ ਹੋ ਜਾਏ, ਲੇਕਿਨ ਕੁੱਲ ਮਿਲਾ ਕੇ ਜਿਹੜੀ ਬਕ ਹੈ ਬੰਦੇ ਦੀ ਮਾਇਆ ਦੇ ਵਿੱਚ ਹੁੰਦੀ ਹੈ, ਗਿਆਨ ਵਿੱਚ, ਝੂਠੀ ਬੁੱਧੀ 'ਚ ਹੁੰਦੀ ਹੈ, ਉਹ ਬੰਦ ਹੋ ਜਾਂਦੀ ਹੈ। ਉਹ ਬੁੱਝ ਲੈਂਦਾ ਇਸ ਗੱਲ ਨੂੰ, ਉਸੇ ਨੂੰ ਸਵਾਦ ਆਉਂਦਾ। ਪ੍ਰਭ ਕੈ ਰੰਗ ਰਾਚ ਜਨ ਰਹੇ, ਜਿਹੜੇ ਜਨ ਹੈ ਪ੍ਰਭੂ ਦੇ ਰੰਗ ਵਿੱਚ ਰਚੇ ਰਹਿੰਦੇ। ਗੁਰ ਕੈ ਬਚਨ ਪਦਾਰਥ ਲਹੇ, ਗੁਰੂ ਦੇ ਬਚਨਾਂ ਦੇ ਦੁਆਰਾ ਉਹ ਰੱਬੀ ਪਦਾਰਥ, ਨਾਮ ਪਦਾਰਥ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਨਾਮ ਪਦਾਰਥ ਪ੍ਰਾਪਤ ਕਰਕੇ ਫਿਰ ਉਹ ਪਰਮਾਤਮਾ ਦੇ ਦਰਸ਼ਨ ਵੀ ਕਰਦੇ। ਨਿਸ਼ਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਧਾ। ਇਸੇ ਪਹਿਲਾਂ ਨਾਮ ਦੀ ਪ੍ਰਾਪਤੀ ਗੁਰੂ ਦੁਆਰਾ ਹੁੰਦੀ ਹੈ, ਨਾਮ ਤੋਂ ਹੀ ਅੱਗੇ ਪਰਮਾਤਮਾ ਦੇ ਦਰਸ਼ਨ ਹੁੰਦੇ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਪਰਮ ਪਦ ਬਣ ਗਿਆ। ਜੀਵਨ ਪੁਰਖ ਮਿਲਿਆ ਹਰ ਰਾਇਆ, ਕਹੋ ਨਾਨਕ ਪਰਮ ਪਦ ਪਾਇਆ। ਓਏ ਦਾਤੇ ਦੁੱਖ ਕਾਟਣ ਹਾਰ, ਜਿਹੜੇ ਜਨ ਹੈ ਉਹ ਫਿਰ ਦੁੱਖ ਕੱਟਣ ਵਾਲੇ ਬਣ ਜਾਂਦੇ। ਜਿਵੇਂ ਪਰਮਾਤਮਾ ਦਾਤਾ ਹੈ ਸਭ ਸੁੱਖਾਂ ਦਾ, ਸਭ ਆਨੰਦ ਦਾ, ਇਸੇ ਤਰੀਕੇ ਨਾਲ ਜਿਹੜੇ ਉਹਦੇ ਜਨ ਹੈ ਉਹ ਵੀ ਨਾਮ ਦੇ ਨਾਲ ਲੋਕਾਂ ਦਾ ਦੁੱਖ ਕੱਟ ਸਕਦੇ ਔਰ ਕੱਢ ਦਿੰਦੇ। ਸਰਵ ਰੋਗ ਕਾ ਔਖਦ ਨਾਮ, ਜਾਂ ਕੈ ਸੰਗ ਤਰੈ ਸੰਸਾਰ। ਉਹਨਾਂ ਹੀ ਜਨਾਂ ਦੇ ਨਾਲ ਲੱਗ ਕੇ ਫਿਰ ਸੰਸਾਰ ਤਰ ਜਾਂਦਾ। ਜਨ ਕਾ ਸੇਵਕ ਸੋ ਵਡਭਾਗੀ, ਉਹ ਵੱਡਿਆਂ ਭਾਗਾਂ ਵਾਲਾ ਹੁੰਦਾ ਜਿਹੜਾ ਜਨ ਹੁੰਦਾ, ਪਰਮਾਤਮਾ ਦਾ ਸੇਵਕ ਜਿਹੜਾ ਹੁੰਦਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਾਧ ਸੰਗਤ ਜੀ, ਉਹ ਜਿੱਥੇ ਅਰਥ ਬਣਦੇ ਹੋਵਾਂ ਵੀ ਵੱਡੇ ਭਾਗਾਂ ਦੇ ਨਾਲ, ਉੱਥੇ ਵਡਭਾਗੀ ਬਿੰਦੀ ਲਾ ਕੇ ਬੋਲਣਾ ਹੁੰਦਾ ਹੈ। ਪਰ ਇੱਥੇ ਨਾਉਨ ਦੇ ਤੌਰ 'ਤੇ ਆਇਆ ਜਨ ਕਾ ਸੇਵਕ ਸੋ ਵਡਭਾਗੀ। ਉਰੇ ਭਾਗੀ ਨਹੀਂ ਕਹਿ ਸਕਦੇ ਆਪਾਂ, ਇਹਨੂੰ ਵਿਆਕਰਨ ਦਾ ਭੇਦ ਹੈ। ਜਨ ਕੈ ਸੰਗ ਏਕ ਲਿਵ ਲਾਗੀ, ਜਨ ਦੇ ਨਾਲ ਜੁੜ ਕੇ ਸਾਡੀ ਇੱਕ ਨਾਲ ਲਿਵ ਜੁੜਦੀ ਹੈ ਪਰਮਾਤਮਾ ਦੇ ਨਾਲ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਪਰਮਾਤਮਾ ਦੇ ਗੁਣ ਗਾਉਂਦਾ ਹੈ, ਗੋਬਿੰਦ ਦੇ ਗੁਣ ਗਾਉਂਦਾ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਜੇ ਨਹੀਂ ਗਾਉਂਦਾ ਤਾਂ ਜਨਮ ਅਕਾਰਥ ਹੈ, ਵਿਅਰਥ ਹੈ। ਜੇ ਗਾਉਂਦਾ ਹੈ ਤਾਂ ਜਨਮ ਸਫਲ ਹੋ ਜਾਂਦਾ ਹੈ। ਹੁਣ ਜਨ ਹੈ ਜਿਹੜਾ ਉਹ ਗੋਬਿੰਦ ਦੇ ਗੁਣ ਗਾਉਂਦਾ, ਗੁਰ ਪ੍ਰਸਾਦ ਨਾਨਕ ਫਲ ਪਾਵੇ। ਫਿਰ ਉਹਨੂੰ ਗੁਰੂ ਦੀ ਕਿਰਪਾ ਦੇ ਨਾਲ ਫਲ ਵੀ ਪ੍ਰਾਪਤ ਹੁੰਦਾ ਹੈ। ਫਲ ਦੁਨਿਆਵੀ ਨਹੀਂ ਸਮਝ ਲੈਣਾ ਵੀ ਇਹ ਦੁਨੀਆ ਰੂਪੀ ਸਾਨੂੰ ਚੀਜ਼ਾਂ, ਇਹ ਤਾਂ ਉਹ ਦੇ ਹੀ ਰਿਹਾ ਸਭ ਨੂੰ। ਜਿਹੜਾ ਨਹੀਂ ਵੀ ਜਪਦਾ ਉਹਨੂੰ ਵੀ ਦੇ ਰਿਹਾ। ਜਿਹੜੇ ਮਾਰਕਸ ਨੂੰ ਫੋਲੋ ਕਰਦੇ ਆ ਲੋਕ, ਰੱਬ ਨੂੰ ਮੰਨਦੇ ਤੱਕ ਵੀ ਨਹੀਂ ਹੈ, ਉਹਨਾਂ ਨੂੰ ਵੀ ਉਹ ਦੇ ਰਿਹਾ ਵਸਤਾਂ। ਇਹ ਨਹੀਂ ਗੱਲ ਵੀ ਉਹ ਕਿਸੇ ਪਰ ਕਿਸੇ ਨਾਲ ਕੋਈ ਵਿਤਕਰਾ ਕਰਦਾ, ਉਹ ਪਾਰਸ਼ੈਲਿਟੀ ਨਹੀਂ ਕਰਦਾ ਦੇਣ ਵਿੱਚ ਕਿਸੇ ਨਾਲ ਵੀ। ਉਹਨੇ ਇੱਕ ਨਿਯਮ ਬਣਾਇਆ ਹੋਇਆ, ਜਿਹੜਾ ਹੱਥੀਂ ਪੈਰੀਂ ਜਾਂ ਦਿਮਾਗ ਨਾਲ ਕੰਮ ਕਰੂਗਾ ਉਹਨੂੰ ਮਾਇਆ ਪ੍ਰਾਪਤ ਹੋ ਜਾਊਗੀ। ਇੱਥੇ ਫਲ ਇੱਕ ਦੀ ਗੱਲ ਹੋ ਰਹੀ ਹੈ, ਫੱਫਾ ਲੱਲੇ ਨੂੰ ਔਂਕੜ ਹੈ। ਕਿਹੜਾ ਫਲ? ਨਾਮ ਵਾਲਾ। ਜਿਹੜਾ ਉਹਦੇ ਗੁਣ ਗਾਉਂਦਾ ਹੈ ਉਹਨੂੰ ਨਾਮ ਦਾ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ। ਫਲ ਇੱਕੋ ਹੀ ਹੈ ਨਾਮ ਦਾ। ਮਾਇਆ ਦੇ ਬੂਟੇ ਨੂੰ ਦੋ ਫਲ ਲੱਗਦੇ ਆ, ਚੰਗਾ ਔਰ ਮਾੜਾ, ਪੁੰਨ ਔਰ ਪਾਪ।
ਲੇਕਿਨ ਪਰਮਾਤਮਈ ਜਿਹੜਾ ਬੂਟਾ ਹੈ ਉਹਨੂੰ ਇੱਕੋ ਫਲ ਲੱਗਦਾ, ਜਿਹੜਾ ਅੰਦਰ ਪੈਦਾ ਹੁੰਦਾ, ਜਿਹਦੀ ਕਬੀਰ ਜੀ ਵਡਿਆਈ ਕਰ ਰਹੇ, ਸਹਿਜ ਸੁਨ ਇੱਕ ਬਿਰਬਾ ਉਪਜਿਆ, ਧਰਤੀ ਜਲ ਹਰ ਸੋਖਿਆ। ਕਹੋ ਕਬੀਰ ਹਮ ਤਾਂ ਕਾ ਸੇਵਕ, ਜਿਨ ਇਹ ਬਿਰਬਾ ਦੇਖਿਆ। ਜਿਹਨੂੰ ਸੁਲਤਾਨ ਬਾਹੂ ਨੇ ਚੰਬੇ ਦੀ ਬੂਟੀ ਨਾਲ ਤਸ਼ਬੀਹ ਦਿੱਤੀ ਹੈ, ਸੁਗੰਧੀ ਵਾਲੀ। ਨਾਮ ਦੀ ਵੀ ਇੱਕ ਸੁਗੰਧੀ ਹੈ। ਨਾਮ ਵਾਲਾ ਬੰਦਾ ਹਰ ਵਕਤ ਮਖਮੂਰ ਰਹਿੰਦਾ ਹੈ, ਨਸ਼ਾ ਚੜ੍ਹਿਆ ਰਹਿੰਦਾ ਉਹਨੂੰ, ਜਿਹਨੂੰ ਖੁਮਾਰੀ ਕਹਿੰਦੇ ਆ। ਤੋ ਭਾਵੇਂ ਇਹ ਸ਼ਬਦ ਗੁਰਬਾਣੀ 'ਚ ਨਹੀਂ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਪਰ ਆਸ਼ਾ ਇਹਦਾ ਠੀਕ ਹੈ। ਨਾਮ ਦੀ ਖੁਮਾਰੀ ਚੜ੍ਹੀ ਰਹਿੰਦੀ ਹੈ, ਫਿਰ ਜਿਹੜਾ ਜਨ ਹੁੰਦਾ ਉਹਨੂੰ, ਜਿਹਦੇ ਬਾਰੇ 'ਚ ਪੰਜਮ ਪਾਤਸ਼ਾਹ ਜੀ ਬਿਆਨ ਕਰ ਰਹੇ ਹੈ ਬਈ ਬਿਰਖ ਜੰਮਿਓ ਹੈ ਪਾਰ ਜਾਤ। ਇਹ ਜਿਹੜਾ ਪਾਰਜਾਤ ਜਾਂ ਕਲਪਤਰ ਬਿਰਛ ਹੈ, ਇਹਦੀਆਂ 5 ਕਿਸਮਾਂ ਹੁੰਦੀਆਂ ਮਿਥਿਹਾਸ 'ਚ। ਸਵਰਗ ਦਾ ਕਲਪਤ ਬਿਰਛ ਹੈ ਇਹ। ਆਖੇ ਇਹਦੀ ਸਾਇਆ ਦੇ ਹੇਠ ਜਾ ਕੇ ਬੰਦੇ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ, ਇਹ ਐਸਾ ਖਿਆਲ ਕਰਿਆ ਜਾਂਦਾ। ਜਿਵੇਂ ਹਮਾਯੂ ਪੰਛੀ ਦਾ ਵੀ ਜ਼ਿਕਰ ਦਸ਼ਮੇਸ਼ ਜੀ ਨੇ ਕਰਿਆ ਵੀ ਜਿਹਦੇ ਉੱਤੇ ਉਹਦਾ ਸਾਇਆ ਪੈ ਜੇ, ਪਰਛਾਵਾਂ ਪੈ ਜੇ, ਉਹ ਰਾਜਾ ਬਣ ਜਾਂਦਾ। ਤੋ ਸਾਡੇ ਵਾਸਤੇ ਹਮਾਯੂ ਪੰਛੀ ਕਿਹੜਾ ਹੈ? ਨਾਮ, ਜਿਹੜਾ ਕਿ ਸੰਗਤ 'ਚੋਂ ਪ੍ਰਾਪਤ ਹੁੰਦਾ। ਸਾਡੇ ਵਾਸਤੇ ਕਲਪਤਰ ਕਿਹੜਾ ਹੈ? ਪਾਰਜਾਤ ਕਿਹੜਾ ਹੈ? ਪਾਰਜਾਤ ਇਹ ਹਰ ਕੋ ਨਾਮ, ਕਾਮਤੇਨ ਹਰ ਹਰ ਗੁਣ ਗਾਮ। ਇਸੇ ਤਰ੍ਹਾਂ ਕਾਮਤੇਨ ਗਊ ਹੁੰਦੀ ਹੈ ਕਲਪਤ, ਬਈ ਉਹ ਤੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਬਜ਼ੇਰ ਸਾਇਆ ਤੂਬਾ ਮੁਰਾਦ ਹਾ ਯਾਵੀ, ਭਾਈ ਨੰਦ ਲਾਲ ਜੀ ਦਾ ਬਚਨ ਹੈ। ਬਜ਼ੇਰ ਸਾਇਆ ਤੂਬਾ ਮੁਰਾਦ ਹਾ ਯਾਵੀ, ਸਾਡੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਬਜ਼ੇਰ ਮੈਨੇ ਜਿਹਦੇ ਕਰਕੇ, ਤੂਬਾ ਕਹਿੰਦੇ ਕਲਪਤਰ ਨੂੰ ਜਾਂ ਪਾਰਜਾਤ ਬਿਰਛ ਨੂੰ। ਤੋ ਬਜ਼ੇਰ ਮਰਦਾਨੇ ਹੱਕ, ਬਜ਼ੇਰ ਸਾਇਆ ਮਰਦਾਨੇ ਹੱਕ ਖੁਦਾ ਯਾਵੀ। ਮਰਦਾਨੇ ਹੱਕ, ਹੱਕ ਮੈਨੇ ਰੱਬ ਸੱਚਾ, ਰੱਬ ਦੇ ਜਿਹੜੇ ਮਰਦ ਹੈ ਯਾਨੀ ਸੰਤ ਲੋਕ ਹੈ, ਉਹਨਾਂ ਦੀ ਬਜ਼ੇਰ ਸਾਨੂੰ ਖੁਦਾ ਯਾਵੀ ਯਾਨੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਸੋ ਸਾਡੇ ਵਾਸਤੇ ਤਾਂ ਇਹੀ ਪਾਰਜਾਤ ਹੈ, ਇਹੀ ਕਲਪਤਰ ਹੈ, ਇਹੀ ਤੂਬਾ ਹੈ। ਕਿਸੇ ਖਾਤਰ ਜੋ ਵੀ ਉਹ ਸਮਝਦੇ ਉਹਨਾਂ ਨੂੰ ਉਹ ਮੁਬਾਰਕ, ਸਾਡਾ ਉਹਦੇ ਨਾਲ ਕੋਈ ਵਿਰੋਧ ਨਹੀਂ ਕਿਸੇ ਕਿਸਮ ਦਾ। ਆਪਾਂ ਤਾਂ ਆਪਣੀ ਬਾਤ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਸਮਝਾਈ ਹੈ ਉਹ ਕਰਨੀ ਹੈ। ਗੁਰੂ ਪਾਤਸ਼ਾਹ ਸਮਝਾਉਂਦੇ ਆ ਨਾਮ ਹੀ ਸਭ ਕੁਛ ਹੈ। ਸਾਡੇ ਵਾਸਤੇ ਕੋਈ ਪਾਰਜਾਤ ਨਹੀਂ, ਕੋਈ ਕਾਮਧੇਨ ਨਹੀਂ, ਕੋਈ ਸਮੁੰਦਰ 'ਚੋਂ ਨਿਕਲੇ ਹੋਏ ਰਤਨ ਨਹੀਂ। ਮਿਥਿਹਾਸ ਹੈ ਸਭ। ਜਿਹੜੇ ਮਨ ਦੇ ਵਿੱਚ ਸ਼ੁਭ ਗੁਣ ਪੈਦਾ ਹੁੰਦੇ ਆ ਨਾਮ ਦੇ ਪ੍ਰਗਟ ਹੋਣ ਨਾਲ, ਨਾਮ ਦੇ ਪ੍ਰਕਾਸ਼ ਹੋਣ ਨਾਲ, ਜਿਵੇਂ ਸੱਤ ਬਣਨਾ, ਸੱਚਾ ਬਣਨਾ, ਝੂਠ ਦਾ ਤਿਆਗ ਕਰਨਾ, ਸਹਿਣਸ਼ੀਲ ਹੋਣਾ, ਦੂਜੇ ਦੀ ਗੱਲ ਬਰਦਾਸ਼ਤ ਕਰਨਾ, ਸੇਵਾ ਭਾਵ ਆਉਣਾ, ਗੁਰੂ ਪ੍ਰਤੀ ਬਿਲਕੁਲ ਸਰੈਂਡਰ ਹੋ ਜਾਣਾ। ਤੋ ਜਿਹੜੇ ਅਜਿਹੇ ਗੁਣ ਹੈ, ਇਹੀ ਉਹ ਗੁਣ ਹੈ ਜਿਹੜੇ ਸਮੁੰਦਰ 'ਚੋਂ ਰਤਨ ਨਿਕਲੇ ਸੀ। ਸਾਡੇ ਵਾਸਤੇ ਰਤਨ ਇਹ ਹੈ। ਚਲੋ ਦਈਏ ਵਿਰਾਮ ਆਪਣੀ ਵਿਚਾਰ ਨੂੰ। ਵੀਡੀਓ ਕਾਫੀ ਫਿਰ ਲੰਬੀ ਹੋਏ ਜਾਂਦੀ ਹੈ ਵਿਚਾਰ ਕਰਦਿਆਂ ਕਰਦਿਆਂ। ਸਾਧ ਸੰਗਤ ਜੀਓ, ਕੋਈ ਵੀ ਬੁਰਾ ਸ਼ਬਦ ਜਾਂ ਕੋਈ ਜਿਹੜਾ ਨਾ ਕਿਸੇ ਨੂੰ ਜਚੇ, ਅਨਪਾਰਲੀਮੈਂਟਰੀ ਲੱਗੇ, ਉਹਦੇ ਵਾਸਤੇ ਮਾਫੀ। ਕੋਈ ਚੇਤੇ ਵੀ ਕਰਵਾ ਦਿਓ ਜੇ ਕੋਈ ਐਸੀ ਗੱਲ ਆਉਂਦੀ ਹੋਵੇ, ਕਿਉਂਕਿ ਬੰਦੇ ਨੂੰ ਆਪ ਨੂੰ ਤਾਂ ਪਤਾ ਨਹੀਂ ਹੋ ਸਕਦਾ, ਦੂਜਾ ਹੀ ਦੱਸ ਸਕਦਾ। ਤੋ ਜ਼ਰੂਰ ਧੰਨਵਾਦੀ ਹੋਵਾਂਗਾ ਆਪ ਜੀ ਦਾ, ਸੰਗਤ ਜੀ ਦਾ। ਦਿਓ ਕੋਈ ਅਸੀਸ ਵੀ ਜ਼ਰੂਰ ਦੇ ਦਿਆ ਕਰੋ। ਆਪ ਜੀ ਦੀਆਂ ਅਸੀਸਾਂ ਸਦਕਾ ਹੀ ਇਹ ਵਿਚਾਰ ਹੋ ਰਹੀ ਹੈ, ਅਦਰਵਾਈਜ਼ ਬਹੁਤ ਮੁਸ਼ਕਿਲ ਹੈ। ਪਰਮਾਤਮਾ ਦੀ ਬਾਣੀ ਨੂੰ ਆਪਾਂ ਕਿਵੇਂ ਵਿਚਾਰੀਏ? ਸੰਗਤ ਦੀ ਕਿਰਪਾ ਜਾਂ ਗੁਰੂ ਦੀ ਕਿਰਪਾ ਹੀ ਹੋ ਸਕਦੀ, ਅਦਰਵਾਈਜ਼ ਮੁਸ਼ਕਿਲ ਹੈ। ਫਿਰ ਵੀ ਕਿੰਨੀ ਕੁ ਸੱਚੀ ਹੈ, ਕਿੰਨੀ ਕੁ ਵਿਚਾਰ ਸਹੀ ਹੈ, ਇਹ ਉਹੀ ਜਾਣਦਾ, ਬੰਦੇ ਨੂੰ ਕੁਛ ਪਤਾ ਨਹੀਂ ਹੈ। ਬੰਦੇ ਦੀ ਬੁੱਧੀ ਅਲਪ ਹੈ, ਉਹ ਸਮਰੱਥ ਹੈ ਪੂਰਾ, ਉਹ ਸਰਵੱਗ ਹੈ। ਤੋ ਅਸੀਂ ਅਲਪ ਜੀਵ, ਉਹਦੀ ਕਿਆ ਵਿਚਾਰ ਕਰੀਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।